जियो बानी गुरु गुरु है बानी विच बानी अमृत सारे गुर बानी कहे सेवक जन मानै परतख गुरु निस्तारे तू सुल्तान कहाँ हो मियाँ तेरी कवन वडाई जो तू देह सो कहाँ स्वामी मैं मूर्ख कहन ना जाई मैं मूर्ख की केतक बात है कोट पराधी तरियारे गुर नानक जिन सुनिया पेखिया से फिर घर बास ना परियारे दंडौत बंधन अनक बार सर्व कला समरथ डोलन तेरा खो प्रभु नानक देकर हथ डोलन तेरा खो प्रभु नानक देकर हथ सतनाम धन वाहेगुरु साहिब जियो सलोक महला पंजवा एक ओंकार सतगुर प्रसाद रते से जे मुख न मुड़न जिनी संजाता साईं झड़ झड़ पवंदे कच्चे बिरही जिन्ना कर ना आई परम सत्कारयोग परम सन्मानयोग चवर छतर तख्त दे मालिक जुगो जुग अटल धन धन गुरु ग्रंथ साहिब जी महाराज तिन्हां दी पावन पवित्र हजूरी दे विच संध्या वेले दे दीवाना दे विच गुरुद्वारा सिंह सभा फ्रांस विखे जुड़ बैठे सतसंगी जनों आओ सब तो पहला धन धन गुरु गोबिंद सिंह जी महाराज तिन्हां वल्लों बख्शिश फतेह दे नाल रल मिल के सांझ पाइए जी। वाहेगुरु जी का खालसा वाहेगुरु जी की फतेह। सतसंगत जी ਆਪਾਂ ਅੱਜ ਤੋਂ
ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਵੱਲੋਂ ਉਚਾਰੇ ਹੋਏ ਸ਼ਲੋਕ, ਜਿਨ੍ਹਾਂ ਦਾ ਸਿਰਲੇਖ ਪਿੱਛੋਂ ਚੱਲਦਾ ਆ ਰਿਹਾ ਹੈ, ਉਹ ਸ਼ਲੋਕ ਹੈ ਸ਼ਲੋਕ 12 ਤੇ ਵਧੀਕ। ਇਸ ਸ਼ਲੋਕ 12 ਤੇ ਵਧੀਕ ਦੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਹੈ। ਸ਼ਲੋਕ 12 ਤੇ ਵਧੀਕ ਦੇ ਅਰਥ ਜੋ ਵਿਦਵਾਨਾਂ ਨੇ ਕੀਤੇ ਹਨ, ਉਹ ਉਹਨਾਂ ਨੇ ਇਹ ਅਰਥ ਕੀਤੇ ਹਨ ਕਿ ਇਹ ਉਹ ਸ਼ਲੋਕ ਹਨ ਜਿਹੜੇ 20 ਵਾਰਾਂ ਤੋਂ ਵਧੇ ਹਨ, ਕਿਉਂਕਿ 2 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਸਿਰਫ ਪੌੜੀਆਂ ਹੀ ਹਨ, ਲੇਕਿਨ ਉਹਨਾਂ ਦੇ ਵਿੱਚ ਕੋਈ ਸ਼ਲੋਕ ਨਹੀਂ ਹੈ। ਸੋ ਕੁੱਲ ਵਾਰਾਂ 22 ਹਨ, ਇਸ ਲਈ 20 ਵਾਰਾਂ ਤੋਂ ਉਹ 2 ਵਾਰਾਂ ਹਨ, ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਰਾਮਕਲੀ ਕੀ ਵਾਰ, ਔਰ ਉਸ ਤੋਂ ਬਾਅਦ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਰਚੀ ਹੋਈ ਬਸੰਤ ਕੀ ਵਾਰ। ਇਹ ਸਿਰਫ ਪੌੜੀਆਂ ਦਾ ਸੰਗ੍ਰਹਿ ਹੈ, ਇਹਨਾਂ 'ਚ ਸ਼ਲੋਕ ਨਹੀਂ ਹੈ। ਜਿਹੜੀਆਂ 20 ਵਾਰਾਂ ਹਨ ਉਹਨਾਂ ਦੇ ਵਿੱਚ ਸ਼ਲੋਕ ਵੀ ਹਨ ਤੇ ਪੌੜੀਆਂ ਵੀ ਹਨ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ, ਆਸਾ ਕੀ ਵਾਰ ਆਪ ਜੀ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਲੋਕ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ਼ਲੋਕ ਔਰ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪੌੜੀਆਂ ਹਨ, ਕਿਉਂਕਿ ਵਾਰ ਹਮੇਸ਼ਾ ਹੀ ਪੌੜੀਆਂ ਦਾ ਰੂਪ ਹੋਇਆ ਕਰਦੀ ਹੈ। ਸੋ ਵਿਦਵਾਨਾਂ ਨੇ ਇਹ ਸ਼ਲੋਕ 12 ਤੇ ਵਧੀਕ ਦੇ ਅਰਥ ਇਹ ਕੀਤੇ ਹਨ, ਜਿਹੜੇ ਸ਼ਲੋਕ 20 ਵਾਰਾਂ ਤੋਂ ਵਧੇ ਹੋਏ ਹਨ ਉਹਨਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਜਗ੍ਹਾ ਤੇ ਉਹਨਾਂ ਨੂੰ ਸੰਗ੍ਰਹਿ ਕੀਤਾ। ਉਹਨਾਂ ਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਜੋ ਅਸਥਾਨ ਹੈ ਉਹ ਮਹਾਰਾਜ ਨੇ ਦਿੱਤਾ, ਜਿਹੜੇ ਸ਼ਲੋਕ ਵਧੇ ਹੋਏ ਹਨ। ਆਪਣੇ ਕੋਲ ਸ਼ਲੋਕ ਮਹੱਲਾ ਪੰਜਵਾਂ ਜਿਹੜੇ ਆਪਾਂ ਵਿਚਾਰਨੇ ਹਨ, ਇਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 22 ਸ਼ਲੋਕ ਹਨ, ਔਰ ਇਹਨਾਂ ਤੋਂ ਬਾਅਦ ਫਿਰ ਨਾਲ ਹੀ ਅੱਗੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਿਹੜੇ ਸ਼ਲੋਕ, ਜਿਹਨੂੰ ਆਪਾਂ ਭੋਗ ਦੇ ਸ਼ਲੋਕ ਵੀ ਕਹਿ ਦਿੰਦੇ ਹਾਂ, 9ਵੇਂ ਪਾਤਸ਼ਾਹ ਦੇ ਸ਼ਲੋਕ ਵੀ ਕਹਿ ਦਿੰਦੇ ਹਾਂ, ਉਹ ਜਿਹੜੇ ਹਨ ਨਾਲ ਹੀ ਸ਼ੁਰੂ ਹੁੰਦੇ ਹਨ। ਸ਼ਲੋਕ ਸ਼ਬਦ ਦਾ ਅਰਥ ਕੀ ਹੈ? ਸ਼ਲੋਕ ਸ਼ਬਦ ਦਾ ਅਰਥ ਹੈ ਸਮੀਪਤਾ, ਕਿਸੇ ਦੇ ਨੇੜੇ ਹੋਣਾ। ਸ਼ਲੋਕ ਸ਼ਬਦ ਦਾ ਅਰਥ ਹੈ ਪ੍ਰਸੰਨਤਾ। ਸ਼ਲੋਕ ਸ਼ਬਦ ਦਾ ਅਰਥ ਹੈ ਪਰਮਾਤਮਾ ਦੀ ਯਾਦ ਵਿੱਚ ਗਾਇਆ ਹੋਇਆ ਮੰਗਲ। ਔਰ 4 ਕਿਸਮ ਦੀ ਮੁਕਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਮਦੇਵ ਜੀ ਗੱਲ ਕਰਦੇ ਹਨ, ਉਹਦੇ ਵਿੱਚੋਂ ਇੱਕ ਕਿਸਮ ਦੀ ਜਿਹੜੀ ਮੁਕਤੀ ਹੈ ਉਹਦਾ ਨਾਮ ਵੀ ਸ਼ਲੋਕ ਹੈ। ਸ਼ਲੋਕ ਇੱਕ ਮੁਕਤੀ ਦਾ ਨਾਮ ਵੀ ਹੈ। ਸੋ ਇੱਥੇ ਜੋ ਆਪਾਂ ਸ਼ਲੋਕ ਦੇ ਅਰਥ ਲਵਾਂਗੇ, ਉਹ ਸ਼ਲੋਕ ਦੇ ਅਰਥ ਲਵਾਂਗੇ ਪਰਮਾਤਮਾ ਦੇ ਉਸਤਤ ਦੇ ਵਿੱਚ ਗਾਇਆ ਹੋਇਆ ਗੀਤ ਕਹਿ ਲਓ, ਜਾਂ ਉਹਨਾਂ ਦੀ ਉਸਤਤ ਦੇ ਵਿੱਚ ਉਚਾਰਿਆ ਹੋਇਆ ਸ਼ਬਦ, ਉਹਨੂੰ ਆਪਾਂ ਸ਼ਲੋਕ ਕਵਾਂਗੇ। ਮਹੱਲਾ ਪੰਜਵਾਂ ਦਾ ਅਰਥ ਹੈ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੀ ਹੋਈ ਬਾਣੀ ਜੋ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹਦੀ ਆਪਾਂ ਵਿਚਾਰ ਕਰਾਂਗੇ। ਇੱਕ ਦਾ ਅੱਖਰੀ ਅਰਥ ਆਪ ਜੀ ਨੂੰ ਪਤਾ ਹੈ, ਇੱਕ ਹੈ ਜਿਹਨੂੰ ਅਸੀਂ ਪੜ੍ਹਦੇ ਹਾਂ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਜਿਹਨੂੰ ਅਸੀਂ ਪੜ੍ਹਦੇ ਹਾਂ ਜਪੋ ਤਾਂ ਏਕੋ ਨਾਮਾ। ਮਹਾਰਾਜ ਕਹਿੰਦੇ ਆ ਜੇਕਰ ਤੂੰ ਜਪਣਾ ਤੇ ਉਸ ਇੱਕ ਦਾ, ਕਿਉਂਕਿ ਉਹ ਇੱਕ ਜਿਹੜਾ ਸਾਹਿਬ ਵੀ ਇੱਕ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਤੋਂ ਪਹਿਲਾਂ ਇਸ ਰੂਹੇ ਜ਼ਮੀਨ ਦੇ ਉੱਪਰ ਸਨਾਤਨੀ ਮਤ ਵਾਲਿਆਂ ਨੇ, ਕਿਉਂਕਿ ਇੱਥੇ ਸ਼ਬਦ ਹੈ ਓੰਕਾਰ, ਉਹਨਾਂ ਕੋਲ ਸ਼ਬਦ ਸੀ ਓਮ, ਉਹਨਾਂ ਨੇ ਓਮ ਦੇ 3 ਹਿੱਸੇ ਧੱਕੇ ਦੇ ਨਾਲ ਕੀਤੇ। ਮੈਂ ਸ਼ਬਦ ਧੱਕਾ ਵਰਤਾਂ। ਉਹਨਾਂ ਨੇ ਉਹਦੇ 3 ਹਿੱਸੇ ਕੀਤੇ ਸੀ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਉਹਨਾਂ ਨੇ ਇਹਨਾਂ ਦੇ ਵਿੱਚ ਇੱਕ ਜਿਹੜਾ ਸੀਗਾ
ਉਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਦੂਸਰਾ ਸ੍ਰਿਸ਼ਟੀ ਨੂੰ ਰਿਜ਼ਕ ਦੇਣ ਵਾਲਾ, ਤੇ ਤੀਸਰਾ ਸੀਗਾ ਸ੍ਰਿਸ਼ਟੀ ਦਾ ਜਦੋਂ ਸਮਾਂ ਹੋ ਜਾਂਦਾ ਸੀ ਉਹਨੂੰ ਵਾਪਸ ਬੁਲਾਉਣ ਵਾਲਾ, ਜਿਹਨੂੰ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਜਿਹੜਾ ਉਹ ਕਚਹਿਰੀ ਲਾ ਕੇ ਬੈਠਾ ਹੋਇਆ, ਕਚਹਿਰੀ ਦੇ ਵਿੱਚ ਉਸ ਜਿਸ ਦਾ ਸਮਾਂ ਮੁੱਕ ਜਾਂਦਾ ਉਹਦਾ ਫੈਸਲਾ ਜਿਹੜਾ ਉਹਦਾ ਫਰਮਾਨ ਉਤੋਂ ਸੁਣਾਇਆ ਜਾਂਦਾ। ਮਹਾਰਾਜ ਕਹਿੰਦੇ ਹੈ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਫਿਰ ਮਹਾਰਾਜ ਫਰਮਾਉਂਦੇ ਜਿਵ ਤਿਸ ਭਾਵੈ, ਜਿਸ ਤਰ੍ਹਾਂ ਉਹ ਪਰਮਾਤਮਾ ਨੂੰ ਭੁੰਦਾ, ਜਿਵ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਉਹ ਵੇਖੈ, ਜਿਹੜਾ ਉਹ ਵੇਖੈ ਸ਼ਬਦ ਹੈ ਨਾ, ਇਹ ਹੈ ਇੱਕ ਵਚਨ, ਇਹ ਹੈ ਪਰਮਾਤਮਾ ਵਾਸਤੇ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਉਹਨਾਂ ਨੂੰ ਜਿਹੜੇ ਇਹ ਬ੍ਰਹਮਾ ਵਿਸ਼ਨੂੰ ਤੇ ਮਹੇਸ਼, ਇਹਨਾਂ ਨੂੰ ਪਰਮਾਤਮਾ ਤੱਕ ਪਹੁੰਚ ਨਹੀਂ, ਲੇਕਿਨ ਮਹਾਰਾਜ ਕਹਿੰਦੇ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਮਹਾਰਾਜ ਕਹਿੰਦੇ ਉਹ ਇਹਨਾਂ ਨੂੰ ਦੇਖ ਰਿਹਾ, ਪਰੰਤੂ ਇਹ ਜਿਹੜੇ ਹਨ ਇਹ ਉੱਥੇ ਤੱਕ ਨਹੀਂ ਪਹੁੰਚੇ। ਇਸ ਲਈ ਪਰਿਪੂਰਨ ਪਰਮਾਤਮਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਓੰਕਾਰ ਦੇ ਸਾਹਮਣੇ ਜਿਹੜਾ ਸ਼ਬਦ ਲਾਇਆ ਉਹ ਮਹਾਰਾਜ ਨੇ ਇੱਕ ਲਾਇਆ। ਇੱਕ ਦਾ ਅਖਰੀ ਅਰਥ ਉਹ ਜਿਹੜਾ ਬ੍ਰਹਮਾ, ਉਹ ਜਿਹੜਾ ਵਿਸ਼ਨੂੰ, ਉਹ ਜਿਹੜਾ ਮਹੇਸ਼ ਸੀਗਾ, ਮਹਾਰਾਜ ਨੇ ਉਹਦੀ ਤ੍ਰਿਕੁਟੀ ਨੂੰ ਮਹਾਰਾਜ ਨੇ ਤੋੜਿਆ ਕਿ ਇਹ ਤਿੰਨ ਵੱਖ-ਵੱਖ ਨਹੀਂ ਹਨ। ਮਹਾਰਾਜ ਕਹਿੰਦੇ ਜੋ ਕੁਛ ਵੀ ਇਸ ਧਰਤੀ ਤੇ ਸਿਰਜ ਰਿਹਾ, ਜੋ ਕੁਛ ਵੀ ਇਸ ਧਰਤੀ ਤੇ ਹੋ ਰਿਹਾ, ਉਹ ਸਿਰਫ ਇੱਕ ਦੀ ਬਦੌਲਤ ਹੋ ਰਿਹਾ, ਉਹ ਇੱਕ ਹੀ ਹੈ। ਅੱਗੇ ਚਲੀਏ ਆਪਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਰਮਾਤਮਾ ਦੇ ਅਨੇਕਾਂ ਕਿਰਤਮ ਨਾਮ ਹਨ। ਪਰਮਾਤਮਾ ਦੇ ਅਨੇਕਾਂ ਕਿਰਤਮ ਨਾਮ ਹਨ। ਕਿਤੇ ਪਰਮਾਤਮਾ ਨੂੰ ਮੁਰਾਰੀ ਕਿਹਾ ਗਿਆ, ਕਿਤੇ ਪਰਮਾਤਮਾ ਨੂੰ ਦਮੋਦਰ ਕਿਹਾ ਗਿਆ। ਚਲੋ ਇਹ ਸਨਾਤਨ ਮਤ ਦੇ ਮਹਾਰਾਜ ਨੇ ਨਾਮ ਲਏ ਹੈ, ਕਿਤੇ ਮੁਰਾਰੀ, ਕਿਤੇ ਦਮੋਦਰ, ਕਿਤੇ ਸਾਰੰਗਪਾਣ, ਕਿਤੇ ਸਾਂਵਲ ਸੁੰਦਰ ਰਾਮਈਆ, ਸਾਂਵਲਾ ਰੰਗ ਵੀ ਮਹਾਰਾਜ ਨੇ ਕਿਹਾ। ਲੇਕਿਨ ਇਹ ਜਿਹੜੇ ਕਿਰਤਮ ਨਾਮ ਮਹਾਰਾਜ ਨੇ ਵਰਤੇ ਹੈ, ਇਹਨਾਂ ਵਰਤਣ ਦਾ ਮਤਲਬ ਇਹ ਹੈ ਕਿ ਤੂੰ ਕਿਰਤਮ ਨਾਮਾਂ ਦੇ ਨਾਲ ਨਹੀਂ ਜੋੜਨਾ। ਜਦੋਂ ਇਹਨਾਂ ਦੀ ਵਿਆਖਿਆ ਕਰਨੀ ਇੱਕ ਨੂੰ ਸਾਹਮਣੇ ਰੱਖ ਕੇ ਕਰਨੀ। ਮੇਰੀ ਗੱਲ ਸਮਝ ਗਏ ਨਾ? ਕਿਰਤਮ ਨਾਮ ਅਨੇਕਾਂ ਹੈ, ਲੇਕਿਨ ਮਹਾਰਾਜ ਨੇ ਕਿਹਾ ਇਹਨਾਂ ਦੀ ਵਿਆਖਿਆ ਜਦੋਂ ਤੂੰ ਕਰਨੀ ਹੈ, ਜਦੋਂ ਇਹਨਾਂ ਦੀ ਵਿਚਾਰ ਕਰਨੀ ਹੈ, ਤੇ ਤੂੰ ਆਪਣੇ ਸਾਹਮਣੇ ਇੱਕ ਨੂੰ ਰੱਖ ਕੇ ਕਰਨੀ ਹੈ। ਕਿਉਂਕਿ ਬੇਸ਼ੱਕ ਸਨਾਤਨ ਮਤ ਦੇ ਵਿੱਚ ਇਹ ਵੱਖਰੇ ਵੱਖਰੇ ਹਨ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ ਦੇਖੋ, ਗੁਰੂ ਗ੍ਰੰਥ ਸਾਹਿਬ ਦਾ ਹਿਰਦਾ ਦੇਖੋ। ਮਹਾਰਾਜ ਨੇ ਇਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਦੇ ਨਾਲ ਜੋੜ ਦਿੱਤਾ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਨਾ, ਉਹ ਇਹੋ ਹੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਇੱਕ ਸਾਡਾ ਪਿਤਾ ਸਾਰੀ ਸ੍ਰਿਸ਼ਟੀ ਦਾ। ਤੇ ਮੈਂ ਅੱਜ ਵੀ ਕੈਂਪ ਦੇ ਵਿੱਚ ਬੱਚਿਆਂ ਨਾਲ ਵਿਚਾਰ ਕਰ ਰਿਹਾ ਸੀਗਾ, ਜੇਕਰ ਇਸ ਲੁਕਾਈ ਤੇ ਰਹਿਣ ਵਾਲੇ ਲੋਕ ਇਹ ਚਾਹੁੰਦੇ ਹਨ ਕਿ ਸਾਡੇ ਅੰਦਰ ਸ਼ਾਂਤੀ ਆਵੇ, ਸਾਡਾ ਆਪਸੀ ਪਿਆਰ ਹੋਵੇ, ਤੇ ਉਹਨਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਪਏਗਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਹਿਰਦਾ ਇਤਨੀ ਵਿਸ਼ਾਲਤਾ ਰੱਖਦਾ ਹੈ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਉੱਥੇ ਫਿਰ ਜਾਤ ਤੇ ਪਾਤ ਦੀ ਕੋਈ ਲੋੜ ਨਹੀਂ, ਉਹ ਇੱਕ ਸਿੱਖ ਹੀ ਕਹਾਉਂਦਾ ਹੈ। ਚਾਹੇ ਉਹ ਪਿੱਛੋਂ ਮੁਸਲਮਾਨ ਹੋਵੇ, ਚਾਹੇ ਉਹ ਬ੍ਰਾਹਮਣ ਹੋਵੇ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ ਦੇਖੋ। ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ, ਮਹਾਰਾਜ ਨੇ ਉਸ ਨੂੰ ਸਿੱਖ ਦਾ ਜਿਹੜਾ ਨਾਮ ਦੇ ਦਿੱਤਾ। ਭਾਵ ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਇੱਕ ਪਲੇਟਫਾਰਮ ਤੇ ਲਿਆ ਕੇ ਇਕੱਠਾ ਕਰ ਦਿੱਤਾ, ਇੱਕ ਓੰਕਾਰ। ਹੁਣ ਦੇਖੋ, ਇੱਕ ਦੇ ਵਿੱਚੋਂ ਹੀ ਅਨੇਕਤਾ ਪੈਦਾ ਹੋ ਰਹੀ ਹੈ, ਇੱਕ ਦੇ ਵਿੱਚੋਂ ਹੀ ਅਨੇਕਤਾ ਪੈਦਾ ਹੋ ਰਹੀ ਹੈ, ਔਰ ਅਨੇਕਤਾ ਜਿਹੜੀ ਆ ਉਹ ਫਿਰ ਜਾ ਕੇ ਇੱਕ ਨਾਲ ਜੁੜ ਰਹੀ ਹੈ। ਅਸੀਂ ਜਾਪ ਸਾਹਿਬ ਚ ਪੰਕਤੀ ਪੜ੍ਹਦੇ ਹਾਂ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਮਹਾਰਾਜ ਕਹਿੰਦੇ ਬੇਸ਼ੱਕ ਅਨੇਕਤਾ ਹੈ, ਜਿਹਨੂੰ ਭਗਤ ਕਬੀਰ ਜੀ ਕਹਿੰਦੇ ਅਨੇਕਤਾ ਦੀ ਗੱਲ ਕਰਦੇ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ, ਇਹ ਅਨੇਕਤਾ ਜੀ।
कुदरत के सब बंदे ये अनेकता, लेकिन महाराज कहते एक नूर ते सब जग उपजिया कौन भले को, ये एकता। महाराज ने अनेकता दे विचों एकता। फिर होर चलिए आपां अनेकता दे प्रमाण दियां। महाराज कहते सब मह जोत जोत है सोए, सारी सृष्टि की गल करते महाराज कि सारियां दे विच, लेकिन उन्हां च एकता की है, जोत सिर्फ ते सिर्फ उस परमात्मा दी है। सब मह जोत जोत है सोए, तिस देह चानन सब मह चानन होए। पर महाराज कहते उहदे अंदर प्रगट होवेगी जोत, लट लट बलेगी किहदे अंदर, गुरसाखी जोत प्रगट होए। जेड़ा गुरु की सिक्ख्या दे नाल जुड़ गया उहदे अंदर महाराज, देखो जोत हर एक दे विच है, जोत हिंदू दे विच भी है, जोत मुसलमान दे विच भी है, जोत ईसाई विच भी है, जोत सिख दे विच भी है। पर महाराज कहते प्रगट उहदे विच होवेगी। उत्थे महाराज ने जात पात की गल नहीं की भी कल्ले सिख दे अंदर प्रगट होवेगी। महाराज कहते गुर साखी जोत प्रगट होए। जेड़ा गुरु की सिक्ख्या दे नाल जुड़ गया। असी एक होर बचन पढ़ते हैं, सहस तव नैन नन नैन है तोहे को। महाराज कहते मैं हजारां नैन देख रहा, लोक आड़ी लुकाई है, ये लुकाई हजारां नैन है। सहस तव नैन नन नैन है तोहे को, पर नाल ही महाराज कहते उस परमात्मा का कहते एक भी नैन नहीं हैगा। हजारां दे विच भी जिहड़ा हैगा वो एक ही महाराज कहते जिहड़ा विद्यमान है, जिन्हों असीं पढ़ते हैं तू सबनी थाई जिथे हूं जाई। तू सबनी थाई, तू सारियां दे विच महाराज कहते विद्वान है, जिन्हों गुरु तेग बहादुर जी कहते घट घट मैं हर जू बसै, हर हिरदे दे विच परिपूर्ण परमात्मा जेड़ा वो महाराज कहते उहदा वासा। एक प्रमाण होर दे के मैं अगे चलना, क्योंकि एकता तो अनेकता ते अनेकता दे विच महाराज फिर कहते वो एक ही है। असीं सूही राग दा एक बचन पढ़ते हैं, बाजीगर जैसे बाजी पाई नाना रूप पेख दिखलाई। हुण बाजीगर की करदा जी, वो वखरे वखरे अपने रूप बना के साडे सामने आउंदा। कदी वो तार ते चलदा, कदी वो रस्से दे विचों, कदी वो कुछ करदा, कदी वखरे वखरे रूप बनाउंदा वो। लेकिन महाराज कहते है जदों वो अपना सांग जेड़ा बनाया उन्हें, वो सगों स्वांग नूं जदों उतारदा वै, अपने कपड़े बदलदा, ते महाराज कहते वो उही हुंदा वै जो कहते बाजीगर है। बेशक वो वखरे वखरे रूप बना के साडे सामने आ रहा, लेकिन महाराज कहते अंत नूं कहते वो जेड़ा वो एक ही है। इत्थे महाराज भी फरमाउंदे एक ओंकार, वो परिपूर्ण परमात्मा अनेकता दे विच भी उहदे अंदर एकता है, वो एक ही है। जिन्हों असी जाप साहब च पढ़ते हैं, दोबारा दोहरावां, अमान है, निधान है, अनेक है, फिर एक है। अनेकता दे विच हुंदियां होइयां भी हर एक दे विच वो एक ही जिहड़ा परिपूर्ण परमात्मा। अगे महाराज कहते सतगुर प्रसाद। सतगुर शब्द जिहड़ा ना गुरु ग्रंथ साहिब जी महाराज विच सतगुर नूं गुर भी कहा गया ते सतगुर नूं गुरु भी कहा गया। ये इक्को ही दे अर्थ है। सतगुर कौन है जी? मैं इहदे पहला अर्थ कर दियां, जिस मिलिया मन होए आनंद सो सतगुर कहिए। जिन्हों मिल के अंदर आनंद आ जाए, जिन्हों मिल के अंदर हुण आनंद की है। देखो कथा जिहड़ी है ना, वो शब्द दे विचों शब्द की व्याख्या निकलती पई है। जिस मिलिया मन होए आनंद सो सतगुर कहिए। आनंद की है? गुरु ग्रंथ साहिब जी महाराज विच हरख दा उलट शब्द जिहड़ा वो सोग है। नेरे दा शब्द दूर है, उलट शब्द। ऊच दा नीच है, हर शब्द दा उलट है। खुशी दा गमी है। लेकिन आनंद साध संगत जी एक ऐसी अवस्था दा नाम है, इस अवस्था दे विच पहुंच के सिख जिहड़ा वो कदी भी रसातल वाले पासे नहीं आवेगा। रसातल वाले पासे मीनस निवाण वाले पासे वो
कदी नहीं आवेगा। मैं फिर दोहरावां, हरख दा सोग, ऊच दा नीच, नेरे दा दूर, आनंद दा जिहड़ा उलट शब्द है वो गुरु ग्रंथ साहब च है ही नहीं है, क्योंकि आनंद एक ऐसी अवस्था है, इस अवस्था ते पहुंच के वो कदी भी रसातल वाले पासे नहीं आवेगा। मैं तुहानूं उदाहरण दियां, आनंद दी प्राप्ति ही पहली गल ते गुरु तो हुंदी है, गुरु तो बगैर नहीं हुंदी। असी अपनी भाषा बड़ी विगाड़ चुके हैं। असी की करते हैं, स्वादिष्ट भोजन खाया ते खा के ढिड ते हथ फेरिया ते मुछां ते हथ फेरिया, कहता आनंद आ गया। खा लिया, रात नूं सौ गए, सवेरे फिर मंगिया, इहदा मतलब वो आनंद नहीं है। आनंद दी अवस्था यह है जिन्हों महाराज कहते साचा नाम मेरा आधारो, सच नाम आधार मेरा, जिन भुखा सब गवाइयां। वो तो सारा कुछ उसकी जिहड़ी लोड़ है वो तो सारी खत्म हो गई। एक माँ का बच्चा 5-6 साल बाद यूरोप तो जां विदेश तो धरती तो पंजाब गया, माँ दियां अखां विच आंसू आए, माँ ने उन्होंने जफे नाल ला के कहा, पुत अज मैनू आनंद आ गया। भोलिए जदों इन्हें महीने बाद अपने टैची बन्ना तू फिर रोन लग पैना, यह आनंद नहीं है। हुण आनंद की है? गुरु ग्रंथ साहब जी नूं पुछिए आनंद की है। तुसी आनंद साहिब दी बाणी पढ़दे हो, आनंद साहिब दी बाणी दी 7वीं पौड़ी पढ़ के देखो। 7वीं पौड़ी विच महाराज कहंदे आनंद आनंद सब को कहे। सारी दुनिया कह रही है मैनू आनंद आ गया, पर महाराज कहते आनंद गुर ते जानिया, गुरु तो बगैर आनंद नहीं है। आनंद आनंद सब को कहे, आनंद गुरु ते जानिया, जानिया आनंद सदा गुर ते, कृपा करे प्यारिया। शुरू होने लगा जी आनंद, कर कृपा, आनंद शुरू होने लगा, कर कृपा किल बिख कटे, ज्ञान अंजन सारिया। पहला काम की कीता, गुरु ने तेरे अंदर दे विषय ते विकार कट दिते। फिर ज्ञान अंजन सारिया, फिर ज्ञान का जिहड़ा सुरमा सीगा वो महाराज ने तेरियां अखां विच पा दिता। कर कृपा किल बिख कटे, ज्ञान अंजन सारिया, अंदरों जिनका मोह टुटा। धीआं पुत्रां दा मोह टुट गया। कलगियां वाले महाराज चमकौर दी गड़ी तो चलदे है ते माछीवाड़े पहुंचते हैं। आनंद की है? माछीवाड़े पहुंच के कलगियां वाला की कह रहा, मित्र प्यारे नूं नहीं ते साडे वर्गा हुंदा ते तप्पड़ विछाया हुंदा कि सिख कौम ने आउणा मेरे कोल ते आके पहला अफसोस करनगे मेरे नाल, इदां ही ना। पर नहीं, आनंद की है? महाराज कहंदे आनंद आनंद सब को कहे, आनंद गुरु ते जानिया, जानिया आनंद सदा गुर ते, कृपा करे प्यारिया। कर कृपा किल विख कटे, ज्ञान अंजन सारिया, अंदरों जिनका मोह टुटा। गुरु गोबिंद सिंह जी महाराज दे अंदरों मोह टुट गया बच्चियां दा, अंदरों जिनका मोह टुटा। महाराज कह रहे हैं माछीवाड़े दे जंगलों दे विच बह के, महाराज कह रहे हैं मित्र प्यारे नूं हाल मुरीदां दा कहना, तुद बिन रोग रजाइयां दा ओडन, नाग निवासां दे रहना सूल सुराही खंजर प्याला। महाराज ने उत्थे बह के भी परमात्मा दे शुकराने दे विच महाराज ने जिहड़े श्लोक गाए, ये है आनंद। अंदरों जिनका मोह टुटा, तिनका शब्द सचे सवारिया, कहे नानक। यह आनंद है। महाराज कहते इस पौड़ी की व्याख्या कर, इस व्याख्या नूं टुका, इहदे विचों तैनूं पता लगेगा आनंद की है। कहे नानक यह आनंद है, आनंद गुर ते जानिया। पहली पंक्ति विच गुरु ते जानिया ते दूजी आखिरी पंक्ति विच गुर ते जानिया। मैं जिहड़ी पहला बेनती की सतगुर शब्द आ जाए, गुरु शब्द आ जाए, गुर शब्द आ जाए, ये सारे समान अर्थक है। आनंद गुर ते जानिया। महाराज कहते सतगुर कौन है? जिस मिलिया मन होए आनंद, सो सतगुर कहिए, सो सतगुर कहिए। सतगुर ओ वै जिन्हों मिल के अंदर एक आनंद की प्राप्ति हो जाती है। होर प्रमाण दो कलमां आपां लई सतगुर दे। तुसी आसा की वार पढ़दे हो, उहदा पहला श्लोक
ਗੁਰੂ ਕਰਦਾ ਕੀ ਹੈ? ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਇੱਕ ਦਿਨ ਵਿੱਚ 100 ਵਾਰ ਕੁਰਬਾਨ ਜਾਵਾਂ, 100 ਵਾਰ ਬਲਿਹਾਰ ਜਾਵਾਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ। ਗੁਰੂ ਤਾਂ ਉਹ ਹੈ ਜਿਹੜਾ ਸਾਨੂੰ ਗੰਦੇ ਮੰਦੇ ਮਨੁੱਖਾਂ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜ ਦੇਵੇ, ਔਰ ਪਰਮਾਤਮਾ ਨਾਲ ਜੋੜਨ ਵਾਸਤੇ ਉਹਨੂੰ ਇੱਕ ਸਕਿੰਟ ਵੀ ਨਹੀਂ ਲੱਗਦਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਆ ਹੈ, ਗੁਰੂ ਆ ਕਰਦਾ। ਅੱਗੇ ਦੂਸਰੇ ਪਾਤਸ਼ਾਹ ਦਾ ਸ਼ਲੋਕ ਮਹਾਰਾਜ ਕਹਿੰਦੇ, ਜੇ 100 ਚੰਦਾ ਉਗਵੈ ਸੂਰਜ ਚੜੇ 1000, ਇਤੇ ਚਾਨਣ ਹੁੰਦਿਆਂ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅਗਲੀ ਪੌੜੀ ਵੀ ਨਾਲ ਲੈ ਲਓ, ਨਾਨਕ ਗੁਰੂ ਨਾ ਚੇਤਨੀ। ਮਹਾਰਾਜ ਕਹਿੰਦੇ ਆ, ਜਿਹੜੇ ਆਪਣੇ ਗੁਰੂ ਦੇ ਨਾਲ ਨਹੀਂ ਨਾ ਜੁੜਦੇ, ਜਿਹੜੇ ਆਪਣੇ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਅਪਣਾਉਂਦੇ, ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਉਹਨਾਂ ਦੇ ਹਾਲਾਤ ਕੀ ਆ? ਛੁੱਟੇ ਤਿਲ ਬੁਵਾੜ ਜਿਉ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਫਲੀਏ ਫੁਲੀਏ ਬੱਪੂੜੇ ਪੀਤਨ ਵਿੱਚ ਸੁਆ। ਉਹ ਜਿਹੜਾ ਬੂਟਾ ਨਾ ਆਪਣਾ ਤਿਲਾਂ ਦਾ ਬੂਟਾ, ਉਹ ਖੇਤ ਵਿੱਚ ਪੈਦਾ ਹੋਇਆ, ਉਹ ਵੱਡਾ ਵੀ ਹੋਵੇਗਾ, ਉਹ ਫਲੇਗਾ ਵੀ, ਲੇਕਿਨ ਉਹਦੇ ਵਿੱਚ ਰਸ ਨਹੀਂ ਹੋਵੇਗਾ, ਉਹਦੇ ਵਿੱਚ ਸੁਵਾ ਹੋਵੇਗੀ। ਮਹਾਰਾਜ ਕਹਿੰਦੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਅੱਜ ਸਾਡੇ ਵੀ ਹਾਲਾਤ ਪਤਾ ਕੀ ਹੈ? ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਮਾਫ ਕਰਨਾ, ਸਿਰਫ ਮੱਥਾ ਟੇਕਣ ਵਾਸਤੇ। ਮਰਜ਼ੀਆਂ ਅਸੀਂ ਆਪਣੀਆਂ ਕਰਦੇ ਹਾਂ। ਜਿਹਨੂੰ ਮਹਾਰਾਜ ਕਹਿੰਦੇ, ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਉ ਜਿਉ, ਇਉ ਪਾਵੇਂ ਹਰ ਦਰਸਾਵੜਾ ਨਹਿ ਲਾਗੇ ਤਤੀ ਵਾਉ ਜਿਉ। ਮਹਾਰਾਜ ਕਹਿੰਦੇ ਆਪਣੇ ਮਨ ਦੀ ਮਤ ਤਿਆਗ ਦੇ, ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ। ਮਹਾਰਾਜ ਕਹਿੰਦੇ ਹੈ ਕਿ ਆਪਣੇ ਮਨ ਦੀ ਜਿਹੜੀ ਮਤ ਹੈ ਨਾ, ਉਹ ਤਿਆਗ। ਮੈਂ ਤੁਹਾਨੂੰ ਇੱਕ ਉਦਾਹਰਣ ਦਿਆਂ। ਦਾਸ ਨੂੰ ਕਿਤੇ ਫੰਕਸ਼ਨ ਤੇ ਜਾਣ ਦਾ ਮੌਕਾ ਮਿਲ ਗਿਆ। ਮੈਂ ਵੈਸੇ 2-3 ਵਾਰੀ ਉਦਾਹਰਣ ਲਈ ਹੈ, ਮੈਨੂੰ ਕਈਆਂ ਨੇ ਕਿਹਾ ਵੀ ਨਾ ਸੁਣਾਇਆ ਕਰ, ਕਹਿੰਦੇ, ਪਰ ਚਲੋ ਸੰਗਤ ਨਵੀਂ ਹੁੰਦੀ ਹੈ ਤੇ ਜਾਣ ਦਾ ਮੌਕਾ ਮਿਲ ਗਿਆ ਵਿਆਹ ਤੇ ਵੈਸੇ ਪਹਿਲੀ ਗੱਲ, ਮੈਂ ਵਿਆਹਾਂ ਤੇ ਜਾਂਦਾ ਨਹੀਂ ਹੈਗਾ, ਪਰ ਕਈ ਵਾਰੀ ਕੁਝ ਮਜਬੂਰੀਆਂ ਐਸੀਆਂ ਹੋ ਜਾਂਦੀਆਂ, ਉੱਥੇ ਬੰਨ ਕੇ ਬਿਠਾਇਆ ਜਾਂਦਾ, ਬੰਨ ਕੇ ਬਿਠਾਇਆ ਜਾਂਦਾ, ਜਾਣਾ ਪੈਂਦਾ ਰਿਸ਼ਤੇਦਾਰੀ ਦੇ ਵਿੱਚ। ਤੇ ਅਸੀਂ ਉੱਥੇ ਬੈਠੇ ਸੀ ਬਾਹਰ ਪੈਲਸ ਦੇ ਵਿੱਚ, ਤੇ ਇੱਕ ਸੱਜਣ ਆਇਆ, ਕਹਿੰਦੇ ਭਾਈ ਸਾਹਿਬ ਜੀ ਆ ਜਾਓ ਅੰਦਰ, ਡੀਜੇ ਲੱਗੇ ਆ ਤੇ ਭੰਗੜੇ ਪਾ ਲਈਏ। ਮੈਂ ਕਿਹਾ ਤੇਰਾ ਭਲਾ ਹੋ ਜੇ ਤੇਰਾ। ਮੈਂ ਕਿਹਾ ਤੂੰ ਸੁਣਿਆ ਨਹੀਂ, ਮਹਾਰਾਜ ਕਹਿੰਦੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ, ਨੱਚਿਆ ਟੱਪਿਆ ਭਗਤ ਨਾ ਹੋਈ। ਹੁਣ ਗਾਤਰਾ ਪਾਇਆ, ਚੋਲਾ ਪਾਇਆ ਤੇ ਮੇਰੇ ਵਰਗਾ ਨੱਚਦਾ, ਮੈਂ ਕਿਹਾ ਚੰਗਾ ਲੱਗਦਾ? ਕਹਿੰਦੇ ਭਾਈ ਸਾਹਿਬ ਜੀ ਬਾਣੀ ਵਿੱਚ ਲਿਖਿਆ, ਨੱਚਣ ਕੁੱਦਣ ਮਨ ਕਾ ਚਾਓ, ਤੇਰਾ ਭਲਾ ਹੋ ਜੇ। ਮੈਂ ਕਿਹਾ ਇਹ ਤੇਰੇ ਮਨ ਦਾ ਚੌਅ ਹੈ, ਤੇਰੇ ਪਿਓ ਦਾ ਨਹੀਂ ਚੌਅ ਹੈਗਾ। ਮੈਂ ਕਿਹਾ ਦੇਖੋ ਆਪਣੇ ਹਿਸਾਬ ਦੇ ਨਾਲ ਅਸੀਂ ਅਰਥ ਕਰਦੇ ਹਾਂ। ਮਹਾਰਾਜ ਇਸੇ ਲਈ ਕਹਿੰਦੇ ਆ, ਤਿਆਗੇ ਮਨ ਕੀ ਮਤੜੀ। ਆਪਣੀ ਮਤ ਨਾਲ ਤੇ ਸਿੱਖਾ ਤੂੰ ਚੱਲਣਾ ਹੀ ਨਹੀਂ ਨਾ। ਤੂੰ ਜਦੋਂ ਵੀ ਚੱਲਣਾ ਗੁਰੂ ਦੀ ਮਤ ਨਾਲ ਚੱਲਣਾ, ਗੁਰੂ ਦੀ ਮਤ ਲੈ ਕੇ ਚੱਲ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਉ ਜਿਉ, ਇਉ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤਤੀ ਵਾਉ ਜਿਉ। ਇਸ ਤਰ੍ਹਾਂ ਤੂੰ ਗੁਰੂ ਦੇ ਦੱਸੇ ਹੋਏ ਰਸਤੇ ਤੇ ਮਹਾਰਾਜ ਕਹਿੰਦੇ ਚੱਲ ਪਵੇਂਗਾ। ਤੈਨੂੰ ਰਸਤੇ ਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹਿ ਲੱਗੇ ਤਤੀ ਵਾਉ ਜਿਉ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਚਲੋ ਆਪਾਂ ਅੱਜ ਇਹਦੇ ਅਰਥ ਕਰਨੇ। ਸ਼ਲੋਕ ਆਪਾਂ ਕੱਲ ਸਵੇਰੇ ਸ਼ੁਰੂ ਕਰਾਂਗੇ, ਕੱਲ ਸ਼ਾਮ ਨੂੰ ਸ਼ੁਰੂ ਕਰਾਂਗੇ। ਪ੍ਰਸਾਦ, ਪ੍ਰਸਾਦ ਦਾ ਆਖਰੀ ਅਰਥ ਹੈ ਜੀ ਬਖਸ਼ਿਸ਼। ਕਰਮ, ਕਰਮ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਵੀ ਅਰਥ ਬਖਸ਼ਿਸ਼ ਹੀ ਹੈ। ਨਦਰ, ਇਹ ਸਾਰੇ ਆਪਾਂ ਸ਼ਬਦ ਜਿਹੜੇ ਆ ਸਾਰੇ ਸਮਾਨ ਅਰਥਕ ਹੈ। ਹੁਣ ਆਪਾਂ ਇੱਥੇ ਥੋੜਾ ਜਿਹਾ ਚੱਲੀਏ।
ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਾ ਇੱਕ ਭਾਈ ਗੁਰਦਾਸ ਜੀ ਵਾਰ ਸੁਣਾਉਂਦੇ ਆ, ਵਾਰ ਲਿਖਦੇ ਉਹਨਾਂ ਬਾਰੇ। ਕਹਿੰਦੇ ਗੁਰੂ ਨਾਨਕ ਦੇਵ ਜੀ ਵੀ ਪਰਮਾਤਮਾ ਦੇ ਘਰ ਤੋਂ ਨਿਵਾਜੇ ਹੋਏ ਆ, ਉਹਨਾਂ ਤੇ ਬਖਸ਼ਿਸ਼ ਹੋਈ ਹੈ। ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਬਾਰੇ ਕਹਿੰਦੇ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਬਖਸ਼ਿਸ਼ ਪਹਿਲਾਂ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ। ਹੁਣ ਬਖਸ਼ਿਸ਼ ਦੇ ਨਾਲ ਬਾਬਾ ਲੈ ਕੇ ਕੀ ਆਇਆ? ਦੇਖੋ, ਜਦੋਂ ਬਖਸ਼ਿਸ਼ ਹੁੰਦੀ ਹੈ ਫਿਰ ਸਾਨੂੰ ਕੁਝ ਪ੍ਰਾਪਤ ਹੁੰਦਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ। ਅਸੀਂ ਕਹਿੰਦੇ ਆ ਰੱਬ ਸਾਡੀ ਸੁਣਦਾ ਨਹੀਂ, ਇਸ ਵਾਰ ਨੂੰ ਪੜ੍ਹ ਲਓ, ਰੱਬ ਸੁਣਨ ਲੱਪੂਗਾ। ਇਹ ਵਾਰ ਕਹਿੰਦੀ ਭਾਰੀ ਕਰੀ ਤਪੱਸਿਆ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਬੰਦਗੀ ਬਹੁਤ ਕੀਤੀ ਹੈ। ਵੱਡੇ ਭਾਗ ਹਰਸਿਓ ਬਣ ਆਈ, ਤਾਂ ਪਰਮਾਤਮਾ ਨਾਲ ਬਣੀ, ਭਾਰੀ ਕਰੀ ਤਪੱਸਿਆ। ਤੇ ਅਸੀਂ 4 ਕੁ ਦਿਨ ਗੁਰਦੁਆਰੇ ਆ ਕੇ ਮੱਥਾ ਟੇਕ ਕੇ ਕਹਿੰਦੇ ਮੇਰੀ ਮੰਗ ਨਹੀਂ ਪੂਰੀ ਹੋਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣ ਆਈ, ਬਾਬਾ ਪੈਂਦਾ ਸੱਚਖੰਡ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਦੇ ਦੁਆਰੇ ਤੇ ਗਏ। ਇਸੇ ਨੂੰ ਗੁਰੂ ਨਾਨਕ ਦੇਵ ਜੀ ਆਪ ਵੀ ਕਹਿੰਦੇ ਆ। ਮਾਝ ਕੀ ਵਾਰ ਦੀ ਆਖਰੀ ਪੌੜੀ ਵਿੱਚ ਮਹਾਰਾਜ ਕਹਿੰਦੇ, ਹਉ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦਹਿ ਕੇ ਵਾਰ ਧਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਮੈਂ ਪਰਮਾਤਮਾ ਦੇ ਘਰ ਦਾ ਕਹਿੰਦੇ ਨਿਮਾਣਾ ਜਿਹਾ ਢਾਡੀ ਸੀਗਾ, ਤੇ ਮੈਨੂੰ ਉਹਨੇ ਆਪਣੇ ਘਰ ਦੇ ਵਿੱਚ ਕਹਿੰਦੇ ਬੁਲਾਇਆ, ਮੈਨੂੰ ਉਹਨੇ ਕਹਿੰਦੇ ਆਪਣੇ ਘਰ 'ਚ ਬੁਲਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਨੌ ਨਿਧ ਨਾਮ ਤੇ ਗਰੀਬੀ, ਇਹ 3 ਚੀਜ਼ਾਂ ਲੈ ਕੇ ਆਏ। ਪ੍ਰਸਾਦ, ਪ੍ਰਸਾਦ ਦਾ ਆਖਰੀ ਅਰਥ ਹੈ ਬਖਸ਼ਿਸ਼। 1-2 ਪ੍ਰਮਾਣ ਹੋਰ ਲੈ ਕੇ ਮੈਂ ਸੰਪਤਾ ਵੱਲ ਆਵਾਂ। ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਉਹਦੇ ਵਿੱਚ ਬਖਸ਼ਿਸ਼ ਦੀ ਗੱਲ ਕੀਤੀ ਗਈ ਹੈ। ਜੇ ਜੁਗ ਚਾਰੇ ਆਰਜਾ, ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ, ਤਾਂ ਵਤ ਨਾ ਪੁੱਛੇ। ਮਹਾਰਾਜ ਕਹਿੰਦੇ ਆ, ਜੇ ਜੁਗ ਚਾਰੇ ਆਰਜਾ, ਤੇਰੀ ਉਮਰ 4 ਜੁਗਾਂ ਦੇ ਬਰਾਬਰ ਹੋ ਜਾਵੇ, ਹੋਰ ਦਸੂਨੀ ਹੋਏ, ਹੋਰ ਇਹਦੇ ਨਾਲੋਂ ਮਹਾਰਾਜ ਕਹਿੰਦੇ ਵੱਧ ਜਾਵੇ। ਜੇ ਜੁਗ ਚਾਰੇ ਆਰਜਾ, ਹੋਰ ਦਸੂਨੀ ਹੋਏ। ਕਿਹੜਾ ਬੰਦਾ ਕਹਿੰਦਾ ਵੈ ਮੈਂ ਮਰ ਜਾਵਾਂ? ਉਹ ਕਹਿੰਦਾ ਮੇਰੀ ਉਮਰ ਵੱਧ ਤੋਂ ਵੱਧ ਹੋਵੇ। ਮਹਾਰਾਜ ਉੱਥੇ ਇਹ ਉਦਾਹਰਨ ਦਿੰਦੇ ਆ। ਮਹਾਰਾਜ ਕਹਿੰਦੇ, ਜੇ ਜੁਗ ਚਾਰੇ ਆਰਜਾ, ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਤੂੰ ਘਰ ਤੋਂ ਬਾਹਰ ਪੈਰ ਬਾਝ ਪਾ, ਤੇਰਾ ਨਾਮ ਲੋਕੀ ਜਪਦੇ ਹੋ। ਨਵਾਂ ਖੰਡਾਂ ਵਿੱਚ ਜਾਣੀਐ, ਕੱਲਾ ਪੈਰਸ ਨਹੀਂ, 9 ਖੰਡਾਂ ਦੇ ਵਿੱਚ ਮਹਾਰਾਜ ਕਹਿੰਦੇ ਤੇਰਾ ਨਾਮ ਲੋਕੀ ਜਪਦੇ ਹੋਣ। ਨਵਾਂ ਖੰਡਾਂ ਵਿੱਚ ਜਾਣੀਐ। ਮਹਾਰਾਜ ਕਹਿੰਦੇ ਐ, ਇਤਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਤੇਰੇ ਤੇ ਪਰਮਾਤਮਾ ਦੀ ਬਖਸ਼ਿਸ਼ ਹੀ ਨਾ ਹੋਈ, ਤੇ ਤੂੰ ਇਹ ਸਮਝ ਲੈ ਕਿ ਤੂੰ ਗੰਦੀ ਨਾਲੀ ਦਾ ਗੰਦੇ ਤੋਂ ਗੰਦਾ ਕੀੜਾ। ਕੀਟਾਂ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਮਹਾਰਾਜ ਕਹਿੰਦੇ ਉਹਦੀ ਬਖਸ਼ਿਸ਼। ਹਾਂ, ਮੈਂ ਇੱਕ ਬੇਨਤੀ ਕਰਾਂ, ਜਿਹੜੇ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਆ, ਮੱਥਾ ਟੇਕਦੇ ਆ, ਸੇਵਾ ਕਰਦੇ ਆ, ਇਹ ਸਾਡੇ ਕਰਮ ਹੈ ਜੀ, ਇਹ ਸਾਡੀ ਸਾਧਨਾ ਹੈ। ਲੇਕਿਨ ਸਾਧਨਾ ਸਾਡੀ ਉਦਣ ਕਬੂਲ ਹੋਣੀ ਹੈ ਜਿੱਦਣ ਗੁਰੂ ਦੀ ਬਖਸ਼ਿਸ਼ ਹੋਣੀ ਹੈ। ਇਸ ਲਈ ਇਹਨੂੰ ਅਸੀਂ ਇਹ ਨਹੀਂ ਕਹਿਣਾ ਵੀ ਅਸੀਂ ਸਾਧਨਾ ਨਹੀਂ ਕਰਨੀ, ਸਾਨੂੰ ਕਿਹੜਾ ਕੁਛ ਮਿਲਦਾ। ਮੈਂ ਬੇਨਤੀ ਕਰਾਂ, ਦਰਖਤ ਤੁਹਾਨੂੰ ਬੀਜਣਾ ਪੈਣਾ, ਪੌਦਾ ਲਗਾਉਣਾ ਪੈਣਾ, ਉਹਦੀ ਸੇਵਾ ਕਰਨੀ ਪੈਣੀ ਹੈ, ਉਹਦੀ ਰਾਖੀ ਕਰਨੀ ਪੈਣੀ ਹੈ, ਉਹਨੂੰ ਪਾਣੀ ਤੇ ਖਾਦ ਪਾਉਣਾ ਪੈਣਾ, ਉਹਨੂੰ ਬਾਹਰਲੇ ਜਾਨਵਰਾਂ ਤੋਂ ਬਚਾਉਣਾ ਪੈਣਾ, ਲੇਕਿਨ ਉਹਨੂੰ ਫਲ ਜਿਹੜੇ ਆ ਉਹ ਪਰਿਪੂਰਨ ਪਰਮਾਤਮਾ ਨੇ ਲਾਉਣੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਇਹ ਤੇਰੀ ਆਪਣੀ ਸਾਧਨਾ ਹੈ।
चरण शरण गुर एक पैंडा जाए चल। गुरु की बख्शिश की है, सतगुर कोट पैंडा आगे होए लेत है, वो तेनू अपने जफे दे विच लवेगा। देखो कर्म सिख ने करने हन ਤਾਂ ਜੋ ਬਖਸ਼ਿਸ਼ ਦਾ ਉਹ ਪਾਤਰ ਬਣ ਜਾਵੇ। ਆਖਰੀ ਪ੍ਰਮਾਣ 38ਵੀਂ ਪੌੜੀ ਪੜ੍ਹ ਕੇ ਦੇਖੋ ਜਪਜੀ ਸਾਹਿਬ ਦੀ, ਉਹਦੇ ਵਿੱਚ ਮਹਾਰਾਜ 7 ਗੁਣਾਂ ਦੀ ਗੱਲ ਕਰਦੇ ਆ। ਤੇ ਇਸ ਵਾਰੀ ਮੈਂ ਆਸਟ੍ਰੇਲੀਆ ਗਿਆ ਵਿਸਾਖੀ ਤੇ ਇਹ 7 ਗੁਣਾਂ ਦੀ 6 ਦਿਨ ਵਿਚਾਰ ਕੀਤੀ। ਮਹਾਰਾਜ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਓ ਭਾਂਡਾ ਭਾਓ ਅੰਮ੍ਰਿਤ ਢਾਲ ਘੜੀਐ शब्द सची टकसाल। महाराज कहते अगे जिन को नदर करम तिन कार नानक नदरी नदर निहाल। ये 7 गुण भी सिखा तेरे अंदर तां आउणगे जे ओदी बख्शिश होवेगी। ओदी बख्शिश तो बगैर ते साध संगत जी एक पत्ता भी नहीं हिलदा। ते गुरु ग्रंथ साहिब जी तां इत्थों तक कहंदे आ, ਉਹ ਤੈਨੂੰ ਆਵਾਜ਼ ਮਾਰ ਕੇ ਆਪ ਆਪਣੀ ਹਜ਼ੂਰੀ ਵਿੱਚ ਬੁਲਾਉਂਦਾ ਤੇ ਮਹਾਰਾਜ ਕਹਿੰਦੇ ਹੁਣ ਤੂੰ ਚਲਾ ਜਾ, ਜੋ ਤੂੰ ਬਾਣੀ ਸੁਣਨੀ ਸੀ ਸੁਣ ਲਈ, ਹੁਣ ਜਾ ਕੇ ਆਪਣਾ ਆਪੇ ਸੱਦ ਬੁਲਾਵੇ ਆਪੇ ਆਪੇ ਵਿਦਾ। ਇਹ ਉਹਦੀ ਬਖਸ਼ਿਸ਼ ਹੈ ਜੀ। ਉਹ ਆਪ ਆਵਾਜ਼ ਮਾਰ ਕੇ ਅੰਦਰ ਬੁਲਾਉਂਦਾ ਵੀ ਆਓ ਚਲੀਏ ਤੇ ਆਪ ਹੀ ਫਿਰ ਬਿਠਾਉਂਦਾ ਤੇ ਬਿਠਾ ਕੇ ਆਪ ਹੀ ਫਿਰ ਉਹ ਵਿਦਾ ਕਰਦਾ। ਸੋ ਸਾਧ ਸੰਗਤ ਜੀ, ਇੱਕ ਓੰਕਾਰ सतगुर प्रसाद। परमात्मा एक है, ओदी प्राप्ति गुरु की बख्शिश तो बगैर नहीं होनी, गुरु की बख्शिश दे नाल ही होनी है। कल आपां जिहड़ा श्लोक है ना वो आपां शुरू करांगे। गुरु अर्जन देव जी महाराज दा इस श्लोक दे विच थोड़ा जिहा दसदा। एक पासे महाराज गल करदे आ गुरमुख दी, दूजे पासे महाराज गल करदे आ मनमुख दी। इतनियां को बेनतियां प्रवान करनियां, होइयां भुल्लां चुकां खिमा करनियां। वाहिगुरु जी का खालसा वाहिगुरु जी की फतेह। अरदास